बच्चों ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਆਪਾਂ ਜਮਾਤ 8ਵੀਂ ਦੇ ਦੂਜੇ ਪਾਠ ਦੇ ਪਨੀਰੀਆਂ ਤਿਆਰ ਕਰਨ ਵਾਲਾ ਚੈਪਟਰ ਜਿਹੜਾ ਉਹਦੇ ਕੁਝ ਮਹੱਤਵਪੂਰਨ ਪ੍ਰਸ਼ਨ ਕਰਨ ਜਾ ਰਹੇ। ਇਸ ਪਾਠ ਦੇ ਜਿਹੜੇ ਕਿਤਾਬ ਦੇ ਪ੍ਰਸ਼ਨ ਉੱਤਰ ਨੇ ਉਹਦੇ ਵੀਡੀਓ ਤੁਹਾਨੂੰ ਪਹਿਲਾਂ ਹੀ ਭੇਜ ਚੁੱਕੇ, ਉਸ ਦਾ ਲਿੰਕ ਇਸ ਵੀਡੀਓ 'ਚ ਦੇ ਰਿਹਾ। ਉਸ ਨੂੰ ਦੁਬਾਰਾ ਤੁਸੀਂ ਸੁਣ ਕੇ ਉਹਦੇ ਵਿੱਚੋਂ ਪ੍ਰਸ਼ਨ ਉੱਤਰ ਆਪਣੇ ਕਾਪੀਆਂ 'ਤੇ ਉਤਾਰਨੇ। ਆਹ ਪ੍ਰਸ਼ਨ ਸਿਰਫ ਤੁਸੀਂ ਯਾਦ ਕਰਨੇ ਨੇ। ਜੇਕਰ ਤੁਸੀਂ ਮੇਰੇ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਹਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਪਹਿਲਾ ਸਭ ਤੋਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਾਂਗੇ। ਪਹਿਲਾ ਪ੍ਰਸ਼ਨ, ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦਾ ਭਵਿੱਖ ਕਮਾਈ ਪੱਖੋਂ ਕਿਹੋ ਜਿਹਾ ਹੈ? ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦਾ ਭਵਿੱਖ ਬਹੁਤ ਵਧੀਆ ਹੈ। ਪਨੀਰੀ ਵਾਲੀ ਜਗ੍ਹਾ 'ਤੇ ਸੂਰਜ ਦੀ ਰੌਸ਼ਨੀ ਕਿੰਨੇ ਘੰਟੇ ਪੈਣੀ ਚਾਹੀਦੀ ਹੈ? ਪਨੀਰੀ ਵਾਲੀ ਜਗ੍ਹਾ 'ਤੇ ਸੂਰਜ ਦੀ ਰੌਸ਼ਨੀ ਘੱਟੋ ਘੱਟ 8 ਘੰਟੇ ਪੈਣੀ ਚਾਹੀਦੀ ਹੈ। ਪਨੀਰੀ ਤਿਆਰ ਕਰਨ ਲਈ ਕਿਹੜੀ ਮਿੱਟੀ ਵਧੀਆ ਹੈ? ਪਨੀਰੀ ਤਿਆਰ ਕਰਨ ਲਈ ਰੇਤਲੀ ਮੈਰਾ ਜਾਂ ਚੀਕਨੀ ਮੈਰਾ ਮਿੱਟੀ ਸਭ ਤੋਂ ਵਧੀਆ ਹੁੰਦੀ ਹੈ। ਸਬਜ਼ੀਆਂ ਦੀ ਪਨੀਰੀ ਲਈ ਕਿਆਰੀਆਂ ਦੀ ਚੌੜਾਈ ਦੱਸੋ। ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜਿਹੜੀ ਚੌੜਾਈ ਔਰ ਕਿਆਰੇ ਦੀ ਚੌੜਾਈ ਜਿਹੜੀ 1 ਤੋਂ 1.25 ਮੀਟਰ ਚੌੜੀਆਂ ਹੋਣੀਆਂ ਚਾਹੀਦੀਆਂ ਹਨ। ਸਬਜ਼ੀ ਦੀ ਪਨੀਰੀ ਲਈ ਕਿਆਰੀਆਂ ਜ਼ਮੀਨ ਤੋਂ ਕਿੰਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ? ਸਬਜ਼ੀਆਂ ਦੀ ਪਨੀਰੀ ਲਈ ਕਿਆਰੀਆਂ ਜ਼ਮੀਨ ਤੋਂ 15 ਸੈਂਟੀਮੀਟਰ ਉੱਚੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਪਾਣੀ ਨਾ ਖੜ ਸਕੇ ਉੱਥੇ। ਫਿਰ ਸਬਜ਼ੀ ਦੀ ਪਨੀਰੀ ਲਈ ਕਿਆਰਿਆਂ ਦੀ ਲੰਬਾਈ ਦੱਸੋ। ਸਬਜ਼ੀਆਂ ਦੀ ਪਨੀਰੀ ਲਈ ਕਿਆਰੇ ਦੀ ਲੰਬਾਈ ਘੱਟੋ ਘੱਟ 34 ਮੀਟਰ ਹੋਣੀ ਚਾਹੀਦੀ ਹੈ। ਉਚਾਈ ਜਿਹੜੀ 15 ਸੈਂਟੀਮੀਟਰ ਅਤੇ ਲੰਬਾਈ ਜਿਹੜੀ 34 ਮੀਟਰ ਹੋਣੀ ਚਾਹੀਦੀ ਹੈ। ਫਿਰ ਸਬਜ਼ੀਆਂ ਦੀ ਪਨੀਰੀ ਲਈ ਤਿਆਰ ਕਿਆਰੀਆਂ ਦੀ ਸੋਧ ਲਈ ਕਿਹੜੀ ਦਵਾਈ ਹੈ? ਸਬਜ਼ੀਆਂ ਦੀ ਪਨੀਰੀ ਲਈ ਤਿਆਰ ਕਿਆਰੀਆਂ ਦੀ ਸੋਧ ਲਈ ਫਾਰਮਾਲੀਨ 1.5 ਤੋਂ 2.5% ਤਾਕਤ ਵਾਲੀ ਵਰਤਣੀ ਚਾਹੀਦੀ ਹੈ। ਸਬਜ਼ੀ ਦੀ ਪਨੀਰੀ ਦੇ ਬੀਜ ਦੀ ਸੋਧ ਕਿਹੜੀ ਦਵਾਈ ਨਾਲ ਕੀਤੀ ਜਾਂਦੀ ਹੈ? ਸਬਜ਼ੀ ਦੀ ਪਨੀਰੀ ਦੇ ਬੀਜ ਜਿਹੜੇ ਪਨੀਰੀ ਲਾਉਣ ਤੋਂ ਪਹਿਲਾਂ ਜਿਹੜੇ ਬੀਜ ਆ ਉਹਨਾਂ ਨੂੰ ਸੋਧ ਕੇ ਲਾਉਣਾ ਚਾਹੀਦਾ ਅਤੇ ਔਰ ਇਸ ਦਵਾਈ ਕੈਪਟਾਨ ਜਾਂ ਥੀਰਮ ਵਰਤਣੀ ਚਾਹੀਦੀ ਹੈ। ਫਿਰ ਬੈਂਗਣ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ। ਬੈਂਗਣ ਦੀ ਪਨੀਰੀ ਅਕਤੂਬਰ ਮਹੀਨੇ 'ਚ, ਨਵੰਬਰ ਮਹੀਨੇ 'ਚ ਜਾਂ ਫਰਵਰੀ ਤੋਂ ਮਾਰਚ ਜਾਂ ਜੁਲਾਈ ਵਿੱਚ ਲਗਾਈ ਜਾ ਸਕਦੀ ਹੈ। ਇਹਨਾਂ ਸਾਰੇ ਮਹੀਨਿਆਂ 'ਚ ਆਪਾਂ ਪਨੀਰੀ ਤਿਆਰ ਕਰ ਸਕਦੇ ਹਾਂ ਬੈਂਗਣ ਦੀ। ਅਗੇਤੀ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ। ਜੇਕਰ ਆਪਾਂ ਫੁੱਲ ਗੋਭੀ ਅਗੇਤੀ ਲਾਉਣੀ ਹੈ, ਉਹਦੀ ਪਨੀਰੀ ਜਿਹੜੀ ਤਿਆਰ ਕਰਨੀ ਹੈ ਉਹ ਮਈ ਜੂਨ 'ਚ ਤਿਆਰ ਕਰਨੀ ਪਵੇਗੀ। ਫਿਰ ਮੁੱਖ ਫਸਲ ਲਈ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ। ਮੁੱਖ ਫਸਲ ਲਈ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਜੁਲਾਈ ਤੋਂ ਅਗਸਤ ਹੈ। ਅਗੇਤੀ ਫੁੱਲ ਗੋਭੀ ਲਈ ਮਈ ਜੂਨ ਅਤੇ ਮੁੱਖ ਫਸਲ ਲਈ ਜੁਲਾਈ ਅਗਸਤ। ਪਛੇਤੀ ਫੁੱਲ ਗੋਭੀ ਲਈ ਪਨੀਰੀ ਲਾਉਣ ਦਾ ਸਮਾਂ ਦੱਸੋ। ਪਛੇਤੀ ਫੁੱਲ ਗੋਭੀ ਲਈ ਸਤੰਬਰ ਤੋਂ ਅਕਤੂਬਰ ਲਗਾਈ ਜਾ ਸਕਦੀ ਹੈ ਪਨੀਰੀ। ਸੋ 3 ਗੋਭੀ ਦੇ ਜਿਹੜੇ ਫੁੱਲ ਗੋਭੀ ਦੀਆਂ ਜੇ ਅਗੇਤੀ ਬੀਜਣੀ ਹੈ ਤਾਂ ਫਿਰ ਮਈ ਜੂਨ 'ਚ, ਜੇ ਮੁੱਖ ਫਸਲ ਬੀਜਣੀ ਹੈ ਜੁਲਾਈ ਅਗਸਤ। ਜੇ ਆਪਾਂ ਪਛੇਤੀ ਬੀਜਣੀ ਪਹਿਲਾਂ ਕੋਈ ਹੋਰ ਫਸਲ ਬੀਜੀ ਹੋਈ ਹੈ ਉਹਦੀ ਵਾਢੀ ਲੇਟ ਆ ਅਤੇ ਆਪਾਂ ਪਛੇਤੀ ਫੁੱਲ ਗੋਭੀ ਬੀਜ ਸਕਦੇ। ਉਹਦੀ ਵਾਲੇ ਪਨੀਰੀ ਜੇ ਤਿਆਰ ਕਰਨੀ ਹੈ ਸਤੰਬਰ ਅਕਤੂਬਰ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ। ਫਿਰ ਹਾੜੀ ਦੇ ਪਿਆਜ਼ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ। ਹਾੜੀ ਦੇ ਪਿਆਜ਼ ਦੀ ਪਨੀਰੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਲਗਾਈ ਜਾ ਸਕਦੀ ਹੈ। ਫਿਰ ਸਾਉਣੀ ਦੇ ਪਿਆਜ਼ ਦੇ ਲਾਉਣ ਦਾ ਸਮਾਂ। ਸਾਉਣੀ ਦੇ ਪਿਆਜ਼ ਜਿਹੜੇ ਅੱਧ ਮਾਰਚ ਤੋਂ ਅੱਧ ਜੂਨ ਤੱਕ ਤਿਆਰ ਕੀਤੇ ਜਾ ਸਕਦੇ ਹਨ। ਬੈਂਗਣ ਸ਼ਿਮਲਾ ਮਿਰਚ ਲਈ ਬੀਜ ਦੀ ਮਾਤਰਾ ਪਨੀਰੀ ਲਾਉਣ ਲਈ ਦੱਸੋ। ਬੈਂਗਣ ਦੀ ਪਨੀਰੀ ਲਾਉਣ ਲਈ 1 ਏਕੜ ਲਈ ਬੀਜ ਦੀ ਮਾਤਰਾ 400 ਗ੍ਰਾਮ ਅਤੇ ਇਸੇ ਤਰ੍ਹਾਂ ਸ਼ਿਮਲਾ ਮਿਰਚ ਦੀ ਪਨੀਰੀ ਲਾਉਣ ਲਈ 200 ਗ੍ਰਾਮ ਬੀਜ ਚਾਹੀਦੇ ਹਨ। ਫਿਰ ਫੁੱਲ ਗੋਭੀ ਲਈ ਬੀਜ ਦੀ ਮਾਤਰਾ ਦੱਸੋ। ਅਗੇਤੀ ਲਈ ਜਿਹੜੀ ਅਗੇਤੀ ਫੁੱਲ ਗੋਭੀ ਲਈ ਬੀਜ ਦੀ ਮਾਤਰਾ 500 ਗ੍ਰਾਮ ਪ੍ਰਤੀ ਏਕੜ ਚਾਹੀਦੇ ਨੇ। ਫਿਰ ਫੁੱਲ ਗੋਭੀ ਦੀ ਮੁੱਖ ਅਤੇ ਪਛੇਤੀ ਫਸਲ ਲਈ ਬੀਜ ਦੀ ਮਾਤਰਾ। ਮੁੱਖ ਅਤੇ ਪਛੇਤੀ ਫਸਲ ਲਈ ਫੁੱਲ ਗੋਭੀ ਦੀ ਜਿਹੜੀ ਬੀਜ ਦੀ ਮਾਤਰਾ 250 ਗ੍ਰਾਮ ਪ੍ਰਤੀ ਏਕੜ ਦੋਵਾਂ ਲਈ ਹੁੰਦੀ ਹੈ। ਫਿਰ ਚੰਗਾ ਮੁਨਾਫਾ ਦੇਣ ਵਾਲੇ ਫੁੱਲ ਕਿਹੜੇ ਹਨ? ਗੁਲਦੋਦੀ, ਡੇਜੀਆ ਅਤੇ ਮੌਸਮੀ ਫੁੱਲ ਜਿਹੜੇ ਮੌਸਮ ਦੇ ਸੀਜ਼ਨਲ ਫੁੱਲ ਜਿਹੜੇ ਉਹ ਕਹਿ ਦਿੰਦੇ ਉਹ ਚੰਗਾ ਮੁਨਾਫਾ ਦਿੰਦੇ ਹਨ। ਫੁੱਲਾਂ ਦੀ ਪਨੀਰੀ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ? ਫੁੱਲਾਂ ਦੀ ਪਨੀਰੀ 30 ਤੋਂ 40 ਦਿਨਾਂ ਵਿੱਚ ਤਿਆਰ ਹੁੰਦੀ ਹੈ।
फिर कलमां ला के तैयार किए जाने वाले फलदार बूटे किहड़े हैं? कलमां ला के तैयार किए जाने वाले फलदार बूटे अनार, मिठा, अलूचा, अंजीर आदि हैं। फिर कलम की लंबाई और अखां की गिनती दसो। लंबाई 6 तो 8 इंच होनी चाहिए जो कलम लानी है, तो अखां की गिनती 3 तो 5 अखां विच होनी चाहिए ने। फिर उस बूटे को की कहते हैं जिस उपर पौंद लाई की जाती है, जिस बूटे तो पौंद लाई जाती है उसनों जड़ मुੱਢ कहा जाता है। फिर किहड़े फुल नूं पिउंद चढ़ा के तैयार किया जाता है? गुलाब नूं पिउंद चढ़ा के तैयार किया जाता है। वन खेती वाले बूटे किहड़े हैं? जे आपां जंगल के तौर पर खेती करना चाहते हैं तो फिर वो वास्ते बूटे पॉपुलर, सफेदा, धरेक ते टाली हैं। पॉपुलर की कलम की लंबाई तो मोटाई दसो। पॉपुलर की कलम जी पनीरी लगाने वास्ते 20 तो 25 सेंटीमीटर लंबी होनी चाहिए, 2 सेंटीमीटर मोटी होनी चाहिए है। पॉपुलर की कलमां नूं सियोंक और बीमारियों तो बचाने लई किहड़ी दवाई चाहिए है? पॉपुलर की कलमां नूं सियोंक ते बीमारियों तो बचाने लई क्लेरोपायरेफास और एमिसॉन दवाई वरती जा सकती है। पॉपुलर की नर्सरी लई ढुकवां समा दसो। पॉपुलर की नर्सरी लई अध जनवरी तो अध मार्च का समा बहुत सही हुंदा है। पॉपुलर के कितने साल वाले पौधे खेत विच लाउण लई तैयार हो जाते हैं? पॉपुलर के पौधे जिहड़े 1 साल दे विच तैयार हो जाते हैं लाउण लई। सफेदे की पनीरी लाउण लई ढुकवां समा दसो। फरवरी, मार्च या सितंबर तो अक्तूबर सफेदे की पनीरी लाउण लई ढुकवां समा है। ढरेक दीआं गटोलियां कदों इकट्ठियां कीतियां जांदियां ने? ढरेक दीआं गटोलियां नवंबर दसंबर महीने च इकट्ठियां कीतियां जांदियां हन। ढरेक की नर्सरी बीजन का समा दसो। फरवरी मार्च में ढरेक की नर्सरी बीजी जा सकती है तैयार करने लई। फरवरी मार्च का महीना। ढरेक के बीज कितने समय पुंगरने शुरू हो जाते हैं? ढरेक के बीज 3 हफ्तियां बाद पुंगरने शुरू हो जाते हैं। पंजाब का राज दरख्त किहड़ा है? टाली पंजाब का राज दरख्त है। फिर टाली के बीजों को बीजन तो पहला किन्ने घंटे पानी च डुबो के रखना चाहिए है? 48 घंटे लिए ठंडे पानी में टाली के बीजों को बीजन तो पहला डुबो के रखना चाहिए है। 1 एकड़ लिए नर्सरी बीजन लिए टाली दी कितनियां फलियां चाहिए हैं? 1 एकड़ लिए 2 तो 3.5 किलो फलियां नर्सरी तैयार करने लिए चाहिए हैं। हुण जो प्रश्न उत्तर और छोटे उत्तरों वाले जवाब ने। पहला, किस तरह की सब्जी की पनीरी तैयार की जा सकती है? अजिहे सब्जियां जो पुट के मुड़ लाउण का झटका सह सकदियां हन दी पनीरी सफलतापूर्वक की तैयार की जा सकती है। सब्जियां की पनीरी लई किहो जी जमीन की चोण करनी चाहिए है? जिथे घट तो घट 8 घंटे सूरजी रोशनी उपलब्ध होवे अते रुखां की छां ना होवे ते जमीन विच पत्थर रोड़े ना होण, इस तरह की जमीन पनीरी सब्जियां की पनीरी तैयार करने चुननी चाहिए है। पनीरी लई रेतली मैरा या चीकनी मैरा मिट्टी वधिया क्यों है? इस मिट्टी च भल और चीकनी मिट्टी ठीक मात्रा च होंदी है। इसलिए सब्जियां की पनीरी लई क्यारियां के आकार बारे दसो। सब्जियां की पनीरी लई क्यारियां 1 तो 1.25 मीटर चौड़ियां, जमीन तो 15 सेंटीमीटर उच्चियां और 34 मीटर लंबियां बनाउणियां चाहिए हैं। जमीन की सोध तो बाद फार्मालीन का असर किवें खत्म किया जाता है? जमीन की सोध तो बाद फार्मालीन 34 दिनों लिए 1 तो 2 बार क्यारियां की मिट्टी पलट के फार्मालीन का असर खत्म किया जाता है। सब्जियां के बीज की डूंघाई ते कतारां विच फासला दसो। सब्जियां के बीज की डूंघाई 1 तो 2 सेंटीमीटर और कतारां विच फासला 5 सेंटीमीटर रख के बीजो। सब्जियां की पनीरी नूं पुट के खेतों में लाउण लई ध्यानयोग गल्लां दसो। पहली, जो सब्जियां की पनीरी 6 हफ्ते की हो जाए तो पुट्टण योग हो जाती है। फिर पनीरी नूं पुट्टण तो 3 तो 4 दिन पहला नर्सरी नूं पानी नहीं देना चाहिए। 3-4 दिन पहलों पानी देना बंद कर देना चाहिए ताकि बूटे नर्सरी चो पुट के खेत लाउण का झटका सह लैन। पनीरी हमेशा शाम नूं पुट के खेतों में लाउणी चाहिए है। पनीरी खेत में लाउण तो तुरंत बाद पानी ला दिओ। फिर मौसमी फुलों की पनीरी तैयार करने लई खादां दा वेरवा दो। मौसमी फुलों की पनीरी तैयार करने लई 75 ग्राम किसान खाद, 75 ग्राम सुपर फास्फेट, 45 ग्राम म्यूरेट ऑफ पोटाश का मिश्रण और 1 हिस्सा मिट्टी
एक हिस्सा पत्तियां की खाद और एक हिस्सा रूड़ी खाद में रलाया जाता है। बीज राਹੀਂ तैयार फलदार बूटिਆਂ ਵਿੱਚ ਕੀ समस्या आउंदी है? बीज तो तैयार बूटे एकसार नहीं होंगे, आकार ਵਿੱਚ ਵੱਡੇ हो जाते हैं तो इन्हां ਦੀ संभाल औखी होंदी है। अगला प्रश्न, बनस्पति राਹੀਂ तैयार फलदार बूटिਆਂ ਦਾ ਕੀ लाभ है? ये एकसार नस्ल और आकार के होंगे हैं, ये फल भी जल्दी देंगे हैं, इन्हां दे फलों का आकार रंग तो गुण भी इक्को सार होंगे हैं। पॉपुलर की कलमां बारे दसो। पॉपुलर की कलमां 1 साल की उम्र के बूटिਆਂ तो ही तैयार करनियां चाहिए, ना कि कांट छांट और टाणियां तो। ये 20 तो 25 सेंटीमीटर लंबियां, 2 तो 3 सेंटीमीटर मोटियां होनियां चाहिए हैं। पॉपुलर की कलमां नूं सिਉਂਕ और बीमारियों तो बचाने का की तरीका है? कलमां नूं 0.5% क्लोरोपाइरीफास 20 ताकत के घोल में 10 मिनट डुबाउण तो बाद 0.5 एमिसन पाउडर के घोल में 10 मिनट लिए डुबो के वरत्या जाता है। फिर हुण प्रश्न जिहड़े वड्डे ने उन्होंने 5 या 6 लाइनां उत्तरते हैं। पहला प्रश्न, ਵੱਖ-ਵੱਖ फलों के पत्ते लैण के तरीके दसो। इसका उत्तर होगा पहला, फल जिहड़ा अंब, ਇਹਦਾ मार्च अप्रैल 5 तो 7 महीनों के 30 पत्ते लो। ध्यान रखो कि जिन्होंने टाणियों के पत्ते लैने हैं उन्होंने फल तो फुल ना लगे होण। अलूचा, उस साल दी टाणियां फुट के विचकारों अध मई तो अध जुलाई में 3 तो 4 महीनों के 100 पत्ते लो। आड़ू, उस साल दी टाणियां जी फुट निकल रही है दे विचकारों अध मई तो अध जुलाई में 3 तो 5 महीनों के 100 पत्ते लवो। अमरूद, 5 तो 7 महीने पुरानी विचकारली टाणी तो जिथे फल ना लगे होण अगस्त तो अक्तूबर में 50 तो 60 पत्ते लो। निंबू जाति, फल के बिल्कुल पिछों 4 तो 8 महीने पुराने 100 पत्ते जुलाई अक्तूबर तक लो। बेर, उस साल दी टाणियां फुट के विचकारों 5 तो 7 महीने के 70-80 पत्ते नवंबर जनवरी में लो। नाशपति, उस साल दी टाणियां फुट के विचकारों 4 तो 7 महीने के 4 तो 6 महीने के 50 तो 60 पत्ते जुलाई सितंबर में लवो। फिर अंब नूं प्योंद करने बारे तुसीं की जानते हो? पौंद किद्दां लगाई जाती है उस बारे विस्तारपूर्वक जानकारी दो। अंबां की काश्त प्योंद द्वारा की जाती है। इसका मकसद ਲਈ ਚੰਗੀ ਤਰ੍ਹਾਂ इस मकसद ਲਈ ਚੰਗੀ ਤਰ੍ਹਾਂ ਤਿਆਰ ਕੀਤੇ खेत ਵਿੱਚ अंब ਦੀਆਂ ਗਿੜਕਾਂ ਨੂੰ अगस्त महीने ਬੀਜ देना चाहिए है। ਇਹਨਾਂ ਨੂੰ ਉੱਗਣ ਤੋਂ 2 ਹਫ਼ਤੇ ਲੱਗਦੇ ਹਨ। ਉੱਗਣ ਤੋਂ ਬਾਅਦ ਜਦੋਂ ਹਾਲੇ ਪੱਤੇ ਹਲਕੇ ਰੰਗ ਦੇ ਹੀ ਹੋਣ ਅਤੇ ਪੱਤੇ ਦਾ ਆਕਾਰ ਆਮ ਨਾਲੋਂ 1/4 ਹਿੱਸਾ ਹੋਵੇ ਤਾਂ ਇਹ ਬੂਟੇ ਪੁੱਟ ਲਵੋ। ਪਿਉਂਦ ਦੇ ਬੂਟੇ ਅਪ੍ਰੈਲ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਨ। ਪਿਉਂਦ ਕਰਨ ਤੋਂ ਪਹਿਲਾਂ ਸਾਫ਼ ਸੁਥਰੀ ਤੇ ਮਜ਼ਬੂਤ ਅੱਖ ਤਿਆਰ ਕਰ ਲੈਣੀ ਚਾਹੀਦੀ ਹੈ। ਪਿਉਂਦੀ ਟਾਹਣੀ ਦੀ ਚੋਣ ਕਰਕੇ उसके पत्ते ला दो। 7 तो 10 दिनों में डंडियां चुक के डिग पैणगियां ते अखां थोड़ा उपर आ जांदियां ने। इस पौंदी टहनी नूं कट के प्योंद कर दिओ। प्योंद करने लई 4 सेंटीमीटर लंबे 2 समांतर चीरे दिओ। इन्हां विच दूरी 1.2 सेंटीमीटर उपरले सिरे ते जमीन तो 15 सेंटीमीटर की उचाई ते एक होर चीरा जमीन के समांतर देना चाहिए है। चीरियां दे विचकारले हिस्से दे छिल ला दवो। इस तरह पाउंदी हुई टाणी के हेठले सिरे तो भी तिरछा चीरा दिओ ते उस तो भी छिल ला दो। इस टाणी की लंबाई 8 सेंटीमीटर तो वध नहीं होनी चाहिए क्योंकि वध लंबाई नाल प्योंदी टाणी टुट जाती है। तैयार की हुई प्योंद कट्टे हुए छिलके दे हेठां फसा दी जाती है। मगरों कट्टे हुए छिलके नूं उसदे असल स्थिति में लिआंदा जाता है। प्योंद कीते भाग नूं 150 तो 200 गैज दियाँ पॉलीथीन दियाँ पट्टियां नाल कस के बन दिओ। पाउंड करन तो बाद बूटे का उतला सिरा उत्थे ही रहन दिओ दिता जाता तो प्योंद कीती अख फुट पैन तो बाद बूटे का उस तो उत्ते वाला सारा भाग कट दिता जाता है। इस ढंग नाल अंब की प्योंद मार्च तो अक्तूबर महीने तक करनी चाहिए है, पर मई तो अक्तूबर के महीने इसकी सफलता घट जाती है। फिर नाशपति, आड़ू ते अलूचे की पनीरी तैयार करने बारे तुसीं की जानते हो? नाशपति, इसकी प्योंद जंगली नाशपति या कैंथ के बूटियां तो की जाती है। टंग ग्राफ्टिंग जनवरी फरवरी महीने जबकि टी बर्डिंग तरीके नाल प्योंद जून तो अगस्त महीने की जाती है। 1 साल तो 3 साल तक के बूटे सर्दियों में अध फरवरी तक और वड्डी उम्र के बूटे दसंबर के अंत तक लगाने चाहिए हैं। अलूचा, अलूचे के बूटे जनवरी के अध तक लाने चाहिए हैं।
ਇਹਨਾਂ ਦਿਨਾਂ ਵਿੱਚ ਬੂਟੇ ਨੀਂਦ ਅਵਸਥਾ ਵਿੱਚ ਹੁੰਦੇ ਹਨ। ਉਲੂਚੇ ਨੂੰ ਸਿੱਧਾ ਕਾਬਲ ਗ੍ਰੀਨ ਗੇਜ ਦੀ ਕਲਮ ਤੇ ਗ੍ਰਾਫਟ ਕਰਕੇ ਲਾਓ। ਉਹਨਾਂ ਦੇ ਹੇਠਲੇ 5 ਤੋਂ 7.5 ਸੈਂਟੀਮੀਟਰ ਹਿੱਸੇ ਨੂੰ IAA 100 ppm ਦੇ ਘੋਲ ਵਿੱਚ 24 ਘੰਟੇ ਲਈ ਡੁਬੋ ਕੇ ਰੱਖਣਾ ਚਾਹੀਦਾ ਹੈ। ਆੜੂ ਇਹਨਾਂ ਦਾ ਵਾਧਾ ਪਿਉਂਦ ਰਾਹੀਂ ਜਾਂ ਅੱਖ ਚੜ੍ਹਾ ਕੇ ਕੀਤਾ ਜਾਂਦਾ ਹੈ। ਅੱਖਾਂ ਦੇ ਨਸਲੀ ਵਾਧੇ ਲਈ ਆੜੂ ਦੇ ਨਸਲੀ ਵਾਧੇ ਲਈ ਸ਼ਰਬਤੀ ਜਾਂ ਦੇਸੀ ਕਿਸਮ ਦੇ ਆੜੂ ਜਿਵੇਂ ਖਰਮਾਨੀ ਦੇ ਬੀਜਾਂ ਤੋਂ ਤਿਆਰ ਹੋਏ ਬੂਟਿਆਂ ਦੀ ਪਿਉਂਦ ਕੀਤੀ ਜਾਂਦੀ ਹੈ, ਕਿਉਂਕਿ ਫਲੋਰਿਡਾਜਨ ਕਿਸਮ ਦੇ ਬੀਜ ਘੱਟ ਹੁੰਦੇ ਹਨ, ਇਸ ਲਈ ਨਸਲੀ ਵਾਧੇ ਲਈ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸੋ ਬੱਚੋ, ਇਹ ਸੀ ਤੁਹਾਡੇ ਦੂਜੇ ਪਾਠ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ। ਇਹਨਾਂ ਪਾਠਾਂ ਨੂੰ ਜ਼ਰੂਰ ਪ੍ਰਸ਼ਨਾਂ ਨੂੰ ਉੱਤਰਾਂ ਨੂੰ ਯਾਦ ਕਰਨਾ ਹੈ, ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਦਬੋ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।